ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ ਅਤੇ ਮੇਰਾ ਸਾਥ ਦੇਣਗੇ ਸਰਦਾਰ ਸੁਰਿੰਦਰਪਾਲ ਸਿੰਘ ਜੀ, ਟੋਰਾਂਟੋ ਤੋਂ। ਕੈਨੇਡੀਅਨ ਇਕੋਨਮੀ ਕਿਸ ਪਾਸੇ ਨੂੰ ਜਾ ਰਹੀ ਹੈ, ਕੀ ਇਸ ਸਾਲ ਅਸੀਂ ਐਕਸਪੈਕਟ ਕਰ ਸਕਦੇ ਹਾਂ ਇਕੋਨਮੀ ਦੇ ਵਿੱਚ ਕੁਝ ਚੇਂਜਸ, ਕੀ ਕੁਝ ਬਿਹਤਰੀ ਹੋਏਗੀ ਜਾਂ ਕੁਝ ਹੋਰ ਨੁਕਸਾਨ ਹੋ ਸਕਦਾ ਹੈ। ਇਹਨਾਂ ਸਾਰੇ ਇਸ਼ੂਜ਼ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਡੀਟੇਲਡ ਇਨਫੋਰਮੇਸ਼ਨ ਲੈਣੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਤੋਂ। ਸੁਰਿੰਦਰਪਾਲ ਸਿੰਘ ਜੀ ਆਇਆਂ ਨੂੰ, ਵੈਲਕਮ ਟੂ ਦ ਪ੍ਰੋਗਰਾਮ। थैंक यू वेरी मच हरप्रीत जी, आप जी ਨੂੰ ਵੀ ਔਰ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਵੈਲਕਮ ਜੀ। ਸੋ ਗੱਲਬਾਤ ਕਰੀਏ ਜੀ, 2024 ਸ਼ੁਰੂ ਹੋ ਚੁੱਕਿਆ ਹੈ, ਫਰਵਰੀ ਮਹੀਨੇ 'ਚ ਅਸੀਂ ਪਹੁੰਚ ਚੁੱਕੇ ਹੈਗੇ ਹਾਂ। ਜਦੋਂ ਅਸੀਂ ਕੈਨੇਡੀਅਨ ਇਕੋਨਮੀ ਨੂੰ ਦੇਖਦੇ ਹਾਂ ਇਨ ਕੰਟੈਕਸਟ ਵਿਦ ਦ ਵਰਲਡ ਇਕੋਨਮੀ, ਵੇਅਰ ਡੂ ਵੀ ਸਟੈਂਡ, ਕਿੱਥੇ ਖਲੋਤੇ ਹੋਏ ਹਾਂ? ਕੀ ਤੁਹਾਨੂੰ ਲੱਗ ਰਿਹਾ ਹੈਗਾ ਕਿ ਪਿਛਲੇ ਸਾਲ ਨਾਲੋਂ ਇਹ ਸਾਲ ਬਿਹਤਰ ਹੋਏਗਾ, ਸੇਮ ਰਹੇਗਾ ਜਾਂ ਕੁਝ ਹੋਰ ਖਰਾਬੀ ਦੇਖਣ ਨੂੰ ਮਿਲ ਸਕਦੀ ਹੈ? ਦੇਖੋ ਹਰਪ੍ਰੀਤ ਜੀ, ਜਿਹੜੀ ਖਰਾਬੀ ਹੈ ਇਹ ਲਾਸਟ ਈਅਰ ਸੈਕੰਡ ਹਾਫ ਤੋਂ ਸ਼ੁਰੂ ਹੋ ਗਈ ਸੀ। ਤੁਸੀਂ ਦੇਖਿਆ ਵੀ ਥਰਡ ਕੁਆਟਰ 2023 ਦੇ ਅੰਦਰ ਸਾਡੀ ਇਕੋਨਮੀ ਸ਼ਰਿੰਕ ਕੀਤੀ ਸੀਗੀ ਜੀ ਤੇ ਇਹ ਸੰਭਾਵਨਾ ਸੀਗੀ ਵੀ ਸ਼ਾਇਦ ਫੋਰਥ ਕੁਆਟਰ 'ਚ ਵੀ ਇਹ ਸ਼ਰਿੰਕ ਕਰੇਗੀ, ਲੇਕਿਨ ਲੱਗਦਾ ਨਹੀਂ ਹੈ ਕਿਉਂਕਿ ਅਕਤੂਬਰ 'ਚ ਤਾਂ ਤੁਸੀਂ ਕਹਿ ਸਕਦੇ ਆ ਕਿ ਜ਼ੀਰੋ ਸੀਗੀ, ਸਟੈਂਡ ਸਟਿਲ ਸੀ, ਲੇਕਿਨ ਨਵੰਬਰ 'ਚ ਜਿਹੜੇ ਆંકੜੇ ਆਏ ਆ ਵੀ ਹੈਵ ਗਰੋਨ ਬਾਈ 0.2% ਜੀ ਵਿਚ ਵਾਸ ਅਨਐਕਸਪੈਕਟਡ। ਔਰ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਕਿ ਵੀ ਸ਼ੁੱਡ ਹੈਵ ਅ ਸੌਫਟ ਲੈਂਡਿੰਗ, ਨਾਟ ਅ ਰਿਸੈਸ਼ਨ, ਵੀ ਸ਼ੁੱਡ ਅਵਾਇਡ ਅ ਰਿਸੈਸ਼ਨ, ਤੇ ਲੱਗਦਾ ਇਸ ਤਰ੍ਹਾਂ ਕਿ ਵੀ ਵਿਲ ਬੀ ਅਵਾਇਡਿੰਗ ਅ ਰਿਸੈਸ਼ਨ। ਸੋ ਫੋਰਥ ਕੁਆਟਰ 'ਚ ਇਕੋਨਮੀ ਇਸ ਤਰ੍ਹਾਂ ਜਾਪਦਾ ਹੈ ਕਿ ਗਰੋ ਕਰੇਗੀ। ਔਰ ਲੇਕਿਨ ਇਕੋਨਮੀ ਜਾਂ ਜੀਡੀਪੀ ਬੇਸ਼ੱਕ ਗਰੋ ਕਰ ਰਹੀ ਹੈ, ਲੇਕਿਨ ਆਮ ਆਦਮੀ ਜਿਹੜਾ ਹੈ ਉਹ ਰਿਸੈਸ਼ਨ ਵਰਗੇ ਹਾਲਾਤ ਮਹਿਸੂਸ ਇਸ ਕਰਕੇ ਕਰ ਰਿਹਾ ਜੀ ਕਿ ਪੀਪੀਪੀ ਵਰਡ ਹੁੰਦਾ ਹੈ ਜੀ, ਪਰਚੇਜ਼ਿੰਗ ਪਰ ਪਰਸਨ। ਉਹ ਪਰਚੇਜ਼ਿੰਗ ਪਾਵਰ ਪਰ ਪਰਸਨ ਜਿਹੜੀ ਹੈ 2017 ਤੋਂ ਕਾਫੀ ਘਟ ਗਈ ਹੈ। ਜੀ ਜੀਡੀਪੀ ਜਿਹੜੀ ਗਰੋ ਕਰ ਰਹੀ ਹੈ ਜਸਟ ਬਿਕਾਜ਼ ਆਫ ਦੀ ਇਮੀਗ੍ਰੇਸ਼ਨ ਗਰੋ ਕਰ ਰਹੀ ਹੈ। ਅਦਰਵਾਈਜ਼ ਸਾਡੇ ਕੋਈ ਇੱਥੇ ਇੰਨੇ ਮਤਲਬ ਕਹਿ ਲਓ ਕਿ ਆંકੜੇ ਇੰਨੇ ਵਧੀਆ ਨਹੀਂ ਹੈ ਕਿ ਸਾਡੀ ਮੈਨੂਫੈਕਚਰਿੰਗ ਐਕਟੀਵਿਟੀ ਵਧੀ ਹੋਏ ਜਾਂ ਸਰਵਿਸਿੰਗ ਸੈਕਟਰ ਵਧਿਆ ਹੋਏ ਜਾਂ ਟ੍ਰੇਡਿੰਗ ਵਧਿਆ ਹੋਏ। ਇਸ ਤਰ੍ਹਾਂ ਦੀ ਕੋਈ ਗੱਲ ਜਾਪਦੀ ਨਹੀਂ ਹੈ। ਔਰ ਹੋ ਸਕਦਾ ਹੈ ਸਰ ਕਿ 2024 ਦੇ ਸੈਕੰਡ ਹਾਫ ਦੇ ਅੰਦਰ ਇਹ ਇਕੋਨਮੀ ਪਿਕਅਪ ਕਰੇਗੀ, ਕਿਉਂਕਿ ਬੈਂਕ ਆਫ ਕੈਨੇਡਾ ਦਾ ਆਪਣਾ ਟਾਰਗੇਟ ਵੀ ਹੈ ਕਿ 2024 'ਚ 1.5% ਗਰੋ ਕਰੇਗੀ ਸਰ। ਓਕੇ। ਹੁਣ ਜਿਹੜਾ ਤੁਸੀਂ ਗੱਲ ਕਹੀ ਜੀ, ਇਕੋਨਮੀ ਦੇ ਵਿੱਚ ਗਰੋਥ ਤਾਂ ਨਜ਼ਰ ਆ ਰਹੀ ਹੈ, ਪਰ ਨਾਲ ਦੂਸਰੇ ਪਾਸੇ ਇੱਕ ਸਟਾਲ ਨਜ਼ਰ ਆ ਰਿਹਾ ਹਰ ਪਾਸੇ। ਜੌਬਸ ਨਹੀਂ ਹੈਗੀਆਂ, ਮਹਿੰਗਾਈ ਹੋ ਚੁੱਕੀ ਹੈ, ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਹੈ। ਉਹ ਦੂਸਰੇ ਪਾਸੇ ਤੁਸੀਂ ਇਮੀਗ੍ਰੇਸ਼ਨ ਨਾਲ ਇਸ ਨੂੰ ਜੋੜਿਆ। ਮੈਂ ਥੋੜ੍ਹਾ ਜਿਹਾ ਇਸ ਦੇ ਉੱਤੇ ਚਾਹਾਂਗਾ ਕਿ ਜ਼ਰੂਰ ਆਪਣੇ ਵਿਚਾਰ ਦਿਓ, ਕਿਉਂਕਿ ਇਮੀਗ੍ਰੈਂਟਸ ਤਾਂ ਆ ਰਹੇ ਨੇ ਇੱਥੇ, ਲੇਕਿਨ ਇੱਥੇ ਆ ਕੇ ਬਹੁਤਾਤ ਲੋਕ ਹੁਣ ਜਿਹੜੇ ਹੈਗੇ ਨੇ ਉਹ ਖੁਸ਼ ਨਹੀਂ ਹੈਗੇ। ਐਂਡ ਇੱਕ ਹੋਰ ਰਿਪੋਰਟ ਵੀ ਆਈ ਸੀ ਜਿਹਦੇ 'ਚ ਇਹ ਦੱਸਿਆ ਗਿਆ ਕਿ ਲੋਕ ਹੁਣ ਵਾਪਸ ਵੀ ਜਾ ਰਹੇ ਨੇ ਆਪਣੇ ਮੁਲਕਾਂ ਤੋਂ, ਨਾਟ ਈਵਨ ਨਿਊ ਕਮਰਸ, ਬਲਕਿ ਲੋਕ ਜਿਹੜੇ 5-7 ਜਾਂ 20 ਸਾਲ ਵੀ ਇੱਥੇ ਰਹਿ ਚੁੱਕੇ ਹੈਗੇ ਨੇ। ਸੋ ਇਹ ਸਾਰੇ ਸਿਚੁਏਸ਼ਨ ਨੂੰ ਦੇਖਦੇ ਹੋਏ ਵਾਟ ਡੂ ਯੂ ਫੋਰਸੀ, ਕੀ ਚੱਲ ਕੀ ਰਿਹਾ ਹੈਗਾ ਕੈਨੇਡੀਅਨ ਇਕੋਨਮੀ 'ਚ ਇਸ ਸਮੇਂ? ਦੇਖੋ ਸਰ, ਤੁਸੀਂ ਠੀਕ ਕਹਿ ਰਹੇ ਹੋ। ਪਿੱਛੇ ਰਿਪੋਰਟ ਸੀਗੀ ਕਿ ਆਈ ਥਿੰਕ 15% ਆਫ ਦੀ ਇਮੀਗ੍ਰੈਂਟਸ ਜਿਹੜੇ ਕਿ ਪਿਛਲੇ 20 ਸਾਲ 'ਚ ਆਏ ਨੇ ਔਰ ਉਹ ਵਾਪਸ ਦੂਸਰੇ ਕੰਟਰੀਆਂ 'ਚ ਪਰਤ ਰਹੇ, ਨਾਟ ਨੈਸੈਸਰਲੀ ਦੇ ਆਰ ਗੋਇੰਗ ਬੈਕ ਟੂ ਦੇਅਰ ਹੋਮ ਕੰਟਰੀ, ਜਾਂ ਡੈਫੀਨੇਟਲੀ ਹੋਮ ਕੰਟਰੀ 'ਚ ਵੀ ਜਾ ਰਹੇ ਹੋਣਗੇ। ਦੂਸਰੇ ਕੰਟਰੀਆਂ ਜਾਣ ਦਾ ਮਤਲਬ ਇਹ ਹੈ ਕਿ ਇੱਕ ਤਰ੍ਹਾਂ ਦਾ ਇਹ ਕੈਨੇਡਾ ਜਿਹੜਾ ਹੈ ਇਹ ਟ੍ਰਾਂਜਿਸ਼ਨ ਹੱਬ ਬਣਿਆ ਹੋਇਆ। ਬਹੁਤ ਸਾਰੇ ਆਈਟੀ ਦੇ ਲੋਕ ਜਿਹੜੇ ਨੇ ਉਹ ਪਹਿਲੇ ਕੈਨੇਡਾ ਆਉਂਦੇ ਨੇ ਔਰ ਫਿਰ ਇੱਥੋਂ ਅਮਰੀਕਾ ਮੂਵ ਹੋ ਜਾਂਦੇ ਨੇ। ਕਈ ਬਿਜ਼ਨਸਮੈਨ ਇਹੋ ਜਿਹੇ ਨੇ ਜਿਹੜੇ ਕੈਨੇਡਾ ਆਉਂਦੇ ਨੇ ਫਿਰ ਇੱਥੋਂ ਅਮਰੀਕਾ ਮੂਵ ਹੋ ਜਾਂਦੇ ਨੇ। ਔਰ ਕਈ ਸਾਰੇ ਲੋਕ ਜਿਹੜੇ ਆਪਣੇ ਮੁਲਕ ਦੇ ਅੰਦਰ ਆਪਣੇ ਡੈਸਟੀਨੇਸ਼ਨ ਕੰਟਰੀ ਜਿਹੜਾ ਉਹ ਓਰੀਜਨ ਕੰਟਰੀ ਹੈ ਉੱਥੇ ਵੀ ਪਰਤ ਜਾਂਦੇ ਨੇ। ਇਹ ਪਹਿਲਾਂ ਵੀ ਹੁੰਦਾ ਸੀ, ਲੇਕਿਨ ਇਹ ਰੁਝਾਨ ਪਿਛਲੇ 10 ਸਾਲ ਦੇ ਅੰਦਰ ਵਧਿਆ ਹੈਗਾ। ਜੀ ਔਰ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ, ਰੁਝਾਨ ਵਧਿਆ ਹੈ ਕਿਉਂਕਿ ਕੁਆਲਿਟੀ ਆਫ ਲਾਈਫ ਜਿਹੜੀ ਹੈ ਇੱਥੇ ਗਿਰਾਵਟ ਆਈ ਹੈ ਕੁਆਲਿਟੀ ਆਫ ਲਾਈਫ ਦੇ ਅੰਦਰ। ਇੰਪਲੋਇਮੈਂਟ ਵੀ ਓਨੀ ਨਹੀਂ ਹੈਗੀ ਜਿੰਨੀ ਲੋਕ ਸੋਚ ਕੇ ਆਉਂਦੇ ਆ। ਔਰ ਤੀਸਰੀ ਗੱਲ ਇਹ ਵੀ ਹੈਗੀ ਹੈ ਕਿ ਲੋਕ ਜਿਹੜੇ ਨੇ ਕਈ ਇਸ ਤਰ੍ਹਾਂ ਦੇ ਵੀ ਨੇ ਸਰ ਕਿ ਉਹ ਕੈਨੇਡੀਅਨ ਪਾਸਪੋਰਟ ਚਾਹੁੰਦੇ ਨੇ। ਉਹਨਾਂ ਦਾ ਮਕਸਦ ਹੁੰਦਾ ਹੈ, ਕਈ ਮੈਂ ਇਸ ਤਰ੍ਹਾਂ ਜਾਣਦਾ ਜਿਹੜੇ ਮਿਡਲ ਈਸਟ ਜੌਬ ਕਰਦੇ ਨੇ, ਜੀ ਉਹ ਕੈਨੇਡਾ ਆ ਕੇ ਕੈਨੇਡੀਅਨ ਪਾਸਪੋਰਟ ਲੈ ਕੇ ਫਿਰ ਦੁਬਾਰਾ ਮਿਡਲ ਈਸਟ ਭੱਜ ਜਾਂਦੇ ਨੇ। ਉਹਨਾਂ ਦਾ ਇਹ ਮਤਲਬ ਮੰਨਣਾ ਹੈ ਕਿ ਜੇ ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਹੁੰਦਾ ਆ ਤੇ ਉਹਨਾਂ ਨੂੰ ਉੱਥੇ ਜ਼ਿਆਦਾ ਸੈਲਰੀ ਮਿਲਦੀ ਹੈ। ਔਰ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਉਹਨਾਂ ਕੋਲ ਇੱਕ ਸੇਫ ਹੈਵਨ ਹੈਗਾ ਆ, ਕੱਲ੍ਹ ਨੂੰ ਜੇ ਮੁੜ ਕੇ ਕੈਨੇਡਾ ਆਉਣਾ ਪਵੇ ਤੇ ਉਹ ਆ ਸਕਦੇ ਆ ਸਰ। ਸੁਰਿੰਦਰਪਾਲ ਜੀ, ਜਿੱਥੇ ਇਨਫਲੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਬੈਂਕ ਆਫ ਕੈਨੇਡਾ ਦਾ ਟਾਰਗੇਟ ਹੈਗਾ 2% 'ਤੇ ਲਿਆਉਣ ਦਾ,
ਉਹ ਲੱਗਦਾ ਨਹੀਂ ਕਿ ਹੋਏਗਾ, ਕਿਉਂਕਿ ਮੁੜ ਤੋਂ ਹੁਣ ਹਾਲ ਹੀ ਵਿੱਚ ਜਦੋਂ ਆંકੜੇ ਆਏ ਸੀ ਤਾਂ ਉਹਦੇ 'ਚ ਇਨਫਲੇਸ਼ਨ ਮੁੜ ਤੋਂ ਵਧੀ ਹੈਗੀ ਹੈ। ਜਦੋਂ ਅਸੀਂ ਇਨਫਲੇਸ਼ਨ ਨੂੰ ਕੰਪੇਅਰ ਕਰਦੇ ਹਾਂ, ਲੈਟਸ ਗੋ ਬੈਕ ਮੇਬੀ ਟੂਵਰਡਸ ਕੋਵਿਡ ਟਾਈਮਸ, ਉਸ ਸਮੇਂ ਦੁਨੀਆ ਬੰਦ ਹੋ ਗਈ ਸੀ, ਵਰਲਡ ਇਕੋਨਮੀ ਵਾਜ਼ ਐਟ ਅ ਸਟਾਲ ਅਤੇ ਹਰ ਚੀਜ਼ ਮੁਸ਼ਕਿਲ ਹੋ ਰਹੀ ਸੀ ਪ੍ਰੋਕਿਓਰ ਕਰਨੀ ਵੀ। ਪਰ ਹੁਣ ਹਾਲਾਤ ਬਿਹਤਰ ਹੈਗੇ ਨੇ। ਇਨਫਲੇਸ਼ਨ ਕਿਉਂ ਨਹੀਂ ਟੇਮ ਹੋ ਸਕ ਰਹੀ? ਕੀ ਇਹ ਇਨਫਲੇਸ਼ਨ ਦਾ ਜਿਹੜਾ ਟਾਰਗੇਟ ਹੈ ਬੈਂਕ ਆਫ ਕੈਨੇਡਾ ਦਾ, ਤੁਹਾਨੂੰ ਲੱਗ ਰਿਹਾ ਕਿ ਇਹਦੇ ਵਰਲਡ ਦੇ ਵਿੱਚ ਜੋ ਹਾਲਾਤ ਬਣੇ ਉਹਦਾ ਇੰਪੈਕਟ ਪੈ ਰਿਹਾ, ਜਾਂ ਮਿਸਮੈਨੇਜਮੈਂਟ ਹੈਗੀ ਹੈ ਸਰਕਾਰ ਦੀ ਜਿਹਦੇ ਕਾਰਨ ਅਸੀਂ ਕੰਟਰੋਲ ਨਹੀਂ ਕਰ ਸਕ ਰਹੇ? ਤੇ ਦੋਨੋਂ ਫੈਕਟਰ ਹੈ ਸਰ। ਇਹਦੇ ਅੰਦਰ ਇਹ ਵੀ ਹੈਗਾ ਕਿ ਡਿਊਰਿੰਗ ਕੋਵਿਡ ਜਿਹੜਾ ਪੈਸਾ ਕਾਫੀ ਜ਼ਿਆਦਾ ਵੰਡਿਆ ਗਿਆ ਹੈ, ਉਹਦੇ ਨਾਲ ਇਨਫਲੇਸ਼ਨ ਆਣੀ ਸੰਭਾਵਕ ਸੀਗੀ। ਲੇਕਿਨ ਇਨਫਲੇਸ਼ਨ ਤੇ ਠੱਲ ਦੋ ਤਿੰਨ ਵਜ੍ਹਾ ਨਾਲ ਨਹੀਂ ਪੈ ਰਹੀ। ਇੱਕ ਤੇ ਇਹ ਹੈਗਾ ਕਿ ਸਾਡੇ ਇੱਥੇ ਜਿਹੜਾ ਤੁਸੀਂ ਇੰਟਰਸਟ ਤੁਸੀਂ ਦੇਖੋ, ਇਹਨਾਂ ਨੇ 1.5 ਸਾਲਾਂ ਦੇ ਅੰਦਰ ਕਰੀਬ 5% ਬੈਂਕ ਆਫ ਕੈਨੇਡਾ ਦਾ ਇੰਟਰਸਟ ਵਧਿਆ ਆ ਜੀ। ਤੇ ਉਹਦੇ ਅਸਰ ਜਿਹੜੇ ਹਲੇ 100% ਅਸਰ ਜਿਹੜੇ ਆਣੇ ਨਹੀਂ ਹੈ, ਪੂਰੇ ਨਹੀਂ ਆਏ, ਤੇ ਹਲੇ ਪੂਰੇ ਅਸਰ ਆਉਣੇ ਬਾਕੀ ਹੈਗੇ। ਨੰਬਰ 1। ਨੰਬਰ 2 ਜਿਹੜਾ ਹੈ ਸਰ, ਕਿ ਸਪਲਾਈ ਚੇਨ ਡਿਸਟਰਪਸ਼ਨ ਵੀ ਜਿਹੜੀ ਹੈ ਉਹਦੇ ਅੰਦਰ ਵੀ ਕਾਫੀ ਵਜ੍ਹਾ ਹੈ। ਯੂਕਰੇਨ ਵਾਰ ਕਰਕੇ ਸਪਲਾਈ ਚੇਨ ਵੀ ਡਿਸਟਰਪਟ ਹੋਈ ਹੈ। ਤੀਸਰੀ ਗੱਲ ਇਹ ਵੀ ਹੈ ਕਿ ਪਿਛਲੇ 7-8 ਸਾਲਾਂ 'ਚ ਕੈਨੇਡੀਅਨ ਬਿਜ਼ਨੈਸ ਨੇ ਕੋਈ ਟੈਕਨੋਲੋਜੀ ਦੇ ਅੰਦਰ ਅਪਗ੍ਰੇਡੇਸ਼ਨ ਦੇ ਅੰਦਰ ਇਨਵੈਸਟਮੈਂਟ ਨਹੀਂ ਕੀਤੀ ਹੈ। ਇਸ ਕਰਕੇ ਕੈਨੇਡੀਅਨ ਵਰਕਰ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਵੀ ਲੋ ਚਲੀ ਗਈ ਹੈ। ਤੇ ਇਹਦੇ ਇਸ ਚੌਥੀ ਗੱਲ ਇਹ ਵੀ ਹੈ ਕਿ ਗਲੋਬਲ ਜੀਓਪੋਲਿਟੀਕਲ ਫੈਕਟਰ ਤੇ ਹੈ ਹੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੁਣ ਰੈੱਡ ਸੀ ਦੇ ਅੰਦਰ ਵੀ ਕਈ ਵਾਰੀ ਸਪਲਾਈ ਚੇਨ ਦੀ ਡਿਸਟਰਪਸ਼ਨ ਹੁੰਦੀ ਹੈ। ਤੇ ਚੌਥੀ ਗੱਲ ਜਿਹੜੀ ਤੁਸੀਂ ਦੇਖੋ ਆਇਲ ਹੈ, ਆਇਲ ਤਾਂ ਠੀਕ ਹੈ, ਹੁਣ ਆਇਲ ਇਜ਼ ਲੈਸ ਦੈਨ $80 ਪਰ ਬੈਰਲ। ਦੈਟਸ ਵਾਟ ਦੀ ਬੈਂਕ ਆਫ ਕੈਨੇਡਾ ਐਕਸਪੈਕਟ ਕਿ ਆਇਲ ਜਿਹੜਾ $80 ਪਰ ਬੈਰਲ ਤੋਂ ਘੱਟ ਰਹਿਣਾ ਚਾਹੀਦਾ ਆ ਜੀ। ਪਰ ਜਦ ਤੱਕ ਸਾਡੀ ਪ੍ਰੋਡਕਟਿਵਿਟੀ ਨਹੀਂ ਵੱਧਦੀ ਤਾਂ ਤੱਕ ਜਿਹੜਾ ਹੈ ਤੁਸੀਂ ਇਹਦੇ ਕੋਈ ਚੰਗੇ ਸਿੱਟੇ ਨਹੀਂ ਦੇਖ ਸਕਦੇ ਸਰ। ਸੁੰਦਰਪਾਲ ਜੀ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਲੈਂਦੇ ਹਾਂ, ਵਾਪਸ ਆਨੇ। ਤਾਂ ਉਸ ਤੋਂ ਬਾਅਦ ਜਿਹੜੀ ਤੁਸੀਂ ਪ੍ਰੋਡਕਟਿਵਿਟੀ ਦੀ ਗੱਲ ਕੀਤੀ, ਇੱਕ ਪਾਸੇ ਅਸੀਂ ਇਮੀਗ੍ਰੈਂਟਸ ਲਿਆਈ ਜਾ ਰਹੇ ਹਾਂ, ਪਰ ਦੂਸਰੇ ਪਾਸੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਿਹੜਾ ਨਹੀਂ ਹੋ ਰਿਹਾ, ਇਹਦੇ ਕੀ ਕਾਰਨ ਹੋ ਸਕਦੇ ਨੇ? ਕੀ ਸਰਕਾਰ ਨੂੰ ਪਤਾ ਨਹੀਂ ਹੈਗਾ? ਅੱਜ ਹਸਪਤਾਲਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਨੇ, ਲੋਕ ਜੌਬਸ ਲਈ, ਬੇਸਿਕ ਜੌਬਸ ਲਈ ਲੰਮੀਆਂ ਕਤਾਰਾਂ 'ਚ ਖਲੋ ਰਹੇ ਹੈਗੇ ਨੇ। ਜਿਹੜਾ ਤੁਸੀਂ ਡ੍ਰੀਮ ਕਿਹਾ ਕਿ ਇੱਥੇ ਲੋਕ ਆਉਂਦੇ ਸਨ ਸੁਪਨੇ ਆਪਣੇ ਪੂਰੇ ਕਰਨ ਲਈ, ਪਰ ਉਹ ਸੁਪਨੇ ਸਾਕਾਰ ਨਹੀਂ ਹੋ ਰਹੇ। ਮਹਿੰਗਾਈ ਦੇ ਕਾਰਨ ਲੋਕ ਜਿਹੜੇ ਨੇ ਉਹ ਚਿੰਤਤ ਨੇ, ਅਤੇ ਇਹ ਸਾਰੇ ਜਿਹੜੇ ਇਸ਼ੂਜ਼ ਨੇ ਇਹਨਾਂ ਦਾ ਕੀ ਇੰਪੈਕਟ ਪੈ ਰਿਹਾ, ਇਹਨਾਂ 'ਤੇ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਹਰ ਰੰਗ ਹੈ ਸਾਡੇ ਕੋਲ, ਹਰ ਮਾਡਲ, ਹਰ ਇੱਕ ਦੀ ਆਪਣੀ ਵੱਖਰੀ ਪਹਿਚਾਣ। ਅਸੀਂ ਇੱਕ ਪਰਿਵਾਰ ਹਾਂ, ਸਾਡਾ ਕਰਮ ਹੈ ਅੱਗੇ ਵਧਾਉਣਾ, ਸਫ਼ਰ ਨੂੰ ਸੌਖਾ ਬਣਾਉਣਾ। ਬਸੰਤ ਮੋਟਰਸ, ਤੁਹਾਡੇ ਨਾਲ, ਤੁਹਾਡੇ ਕਰਕੇ। है जुल्म ढाने का अंदाज भी कितना हंसी, हमारी जान पर बनाई है जब जब उसने अंगड़ाई ली। कभी खामोश रहते हैं, कभी शोर होता है। मोहब्बत में शरारत का मजा कुछ और होता है। दिल को जज्बात का तोहफा, खामोशियों को बात का तोहफा, खूबसूरती में जड़ी नजाकत अदाओं की चांद से मुखड़े को चांद सा तोहफा। भारत ज्वेलर्स, सच्चे प्यार की चमक जैसा। पायल बिजनेस सेंटर सरी। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ, ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੇ ਸਹਿਯੋਗੀ ਹਨ AMC ਇੰਸ਼ੋਰੈਂਸ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਜਾਂ ਕਿਸੇ ਕਿਸਮ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਮਦਦ ਕਰ ਸਕਦੇ ਨੇ AMC ਇੰਸ਼ੋਰੈਂਸ। ਇਹਨਾਂ ਦੀਆਂ 10 ਬ੍ਰਾਂਚਸ ਨੇ ਲੋਅਰ ਮੇਨਲੈਂਡ ਵਿੱਚ, ਤੇ ਹਫਤੇ ਦੇ 7 ਦਿਨ ਸਵੇਰੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 604 507 6666 604 507 6666। ਸਾਡੇ ਅਗਲੇ ਸਹਿਯੋਗੀ ਹਨ ਅਗਨੀਹੋਤਰੀ ਇਮੀਗ੍ਰੇਸ਼ਨ। ਟੈਂਪਰੇਰੀ ਸਟੇਟਸ PR ਨਵੇਂ ਹੋ ਕੈਨੇਡਾ ਵਿੱਚ, ਕੈਨੇਡਾ ਆਉਣਾ ਚਾਹੁੰਦੇ ਹੋ, ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਨੀਰਾ ਅਗਨੀਹੋਤਰੀ, ਜੋ ਕਿ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ, ਤੁਹਾਡੀ ਮਦਦ ਕਰ ਸਕਦੇ ਨੇ। ਫॉर मोर इन्फॉर्मेशन कॉल 6045972284 604 597 2284। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਸੁਰਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਟੋਰਾਂਟੋ ਤੋਂ ਮੇਰੇ ਨਾਲ ਸਾਥ ਦੇ ਰਹੇ ਨੇ। ਕੈਨੇਡੀਅਨ ਇਕੋਨਮੀ ਦੇ ਸੰਬੰਧ ਵਿੱਚ ਕੀ ਪ੍ਰੈਡਿਕਸ਼ਨਸ ਨੇ, ਕੀ ਪ੍ਰੋਜੈਕਸ਼ਨਸ ਨੇ, ਕੀ ਫਿਊਚਰ ਹੈ, ਤੇ ਕੀ ਲੋਕਾਂ ਨੂੰ ਖਾਸ ਤੌਰ 'ਤੇ ਇਸ ਸਮੇਂ ਦੇ ਵਿੱਚ ਸਮਝਣ ਦੀ ਲੋੜ ਹੈ, ਇਸ ਬਾਰੇ ਆਓ ਹੋਰ ਚਰਚਾ ਕਰਦੇ ਹਾਂ।
ਸੋ ਸੁਰਿੰਦਰਪਾਲ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਮੇਰਾ ਸਵਾਲ ਸੀ ਪ੍ਰੋਡਕਟਿਵਿਟੀ ਦੀ। ਜਿੱਥੇ ਅਸੀਂ ਗੱਲ ਕਰਦੇ ਹਾਂ, ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਕੋਈ ਵੀ ਮੁਲਕ ਤਰੱਕੀ ਤਦ ਹੀ ਕਰਦਾ ਹੈ ਜੇਕਰ ਉੱਥੇ ਸਹੀ ਪਲੈਨਿੰਗ ਹੋਵੇ ਤੇ ਸਹੀ ਤਰੀਕੇ ਨਾਲ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਵੇ। ਬਟ ਅਨਫੋਰਚੂਨੇਟਲੀ ਆਫ ਲੇਟ ਵਾਟ ਵੀ ਆਰ ਸੀਇੰਗ ਇਨ ਕੈਨੇਡਾ ਇਜ਼ ਸਮਥਿੰਗ ਡਿਫਰੈਂਟ। ਵਾਈਲ ਵੀ ਆਰ ਕਾਲਿੰਗ ਇਨ ਪੀਪਲ, ਬਟ ਦ ਕਾਈਂਡ ਆਫ ਇਨਫਰਾਸਟ੍ਰਕਚਰ ਜਿਹੜਾ ਕ੍ਰੀਏਟ ਕਰਨਾ ਚਾਹੀਦਾ ਸੀ ਉਹਦੇ 'ਚ ਅਸੀਂ ਨਾਕਾਮਯਾਬ ਰਹੇ, ਭਾਵੇਂ ਇਹ ਪ੍ਰਾਈਵੇਟ ਸੈਕਟਰ ਲੈ ਲਓ ਤੇ ਭਾਵੇਂ ਇਹ ਪਬਲਿਕ ਸੈਕਟਰ ਲੈ ਲਓ। ਕੀ ਕਾਰਨ ਹੋ ਸਕਦਾ ਇਹਦਾ? ਇਹਦੀ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੈ ਸਰ ਬਿਟਵੀਨ ਦੀ ਫੈਡਰਲ ਗਵਰਨਮੈਂਟ ਐਂਡ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਐਂਡ ਦੀ ਸਿਟੀਜ਼, ਜਿੱਥੇ ਕਿ ਆ ਕੇ ਮੋਸਟਲੀ ਇਹ ਇਮੀਗ੍ਰੈਂਟ ਰਹਿੰਦੇ ਨੇ। ਜੀ, ਇਮੀਗ੍ਰੇਸ਼ਨ ਮੋਸਟਲੀ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਟੋਰਾਂਟੋ ਜਾਂ ਵੈਨਕੂਵਰ ਆਉਂਦੇ ਨੇ, ਤੇ ਇਹਨਾਂ ਦੋਨਾਂ ਸਿਟੀਜ਼ ਤੇ ਜ਼ਿਆਦਾ ਬੋਝ ਪਿਆ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਵੀ ਹੈਲਥ ਸਿਸਟਮ ਸਾਡਾ ਜਿਹੜਾ ਚਰਮਰਾ ਰਿਹਾ ਹੈਗਾ, ਉਹ ਮੈਂ ਸਮਝਦਾ ਜੀ ਕਈ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀਆਂ ਨੇ ਜਾਣ ਕੇ ਕਰ ਰਹੀਆਂ ਨੇ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਪ੍ਰਾਈਵੇਟਾਈਜ਼ ਕਰਨਾ ਹੈ ਇਹਨੂੰ, ਤੇ ਤਾਂ ਕਿ ਲੋਕ ਇੰਨੇ ਦੁਖੀ ਹੋ ਜਾਣ ਆਪੇ ਹੀ ਕਹਿਣ ਵੀ ਇਹਨੂੰ ਪ੍ਰਾਈਵੇਟਾਈਜ਼ ਕਰ ਦਿਓ। ਔਰ ਹੈਲਥ ਸਿਸਟਮ ਤੇ ਜਿਹੜਾ ਹੈਲਥ ਸਿਸਟਮ ਜਿਹੜਾ ਹੈ ਡਰੇਨ ਹੈ, ਕਿਉਂਕਿ ਬਹੁਤ ਸਾਰਾ ਪੈਸਾ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਇਹ ਹੈਲਥ ਸਿਸਟਮ ਤੇ ਹੀ ਖਰਚ ਹੁੰਦਾ ਆ। ਔਰ ਕਿਉਂਕਿ ਸਾਡੇ ਇੱਥੇ ਬੇਬੀ ਬੂਮਰਸ ਵੀ ਹੁਣ ਰਿਟਾਇਰ ਹੋ ਰਹੇ ਆ, ਔਰ ਲੌਂਗੇਟਿਵਿਟੀ ਆਫ ਦੀ ਲਾਈਫ ਹੈ, ਲਾਈਫ ਐਕਸਪੈਕਟੈਂਸੀ ਵਧੀ ਹੈ ਅੱਗੇ ਨਾਲੋਂ ਜੀ। ਔਰ ਚੌਥੀ ਗੱਲ ਇਹ ਵੀ ਹੈਗੀ ਹੈ ਕਿ ਜਿਹੜਾ ਵਰਕ ਫੋਰਸ ਹੈ ਉਹ ਘਟਿਆ ਹੈ, ਤਾਂ ਹੀ ਤਾਂ ਇਹ ਇਮੀਗ੍ਰੇਸ਼ਨ ਬਾਹਰੋਂ ਬੁਲਾ ਰਹੇ ਆ ਵੀ ਵਰਕ ਫੋਰਸ ਨੂੰ ਜਿਹੜਾ ਭਰਿਆ ਜਾਵੇ। ਲੇਕਿਨ ਜਿਹੜੇ ਇਮੀਗ੍ਰੈਂਟਸ ਆ ਵੀ ਰਹੇ ਆ ਹਰਪ੍ਰੀਤ ਜੀ, ਉਹ ਮੋਸਟਲੀ ਲੋ ਸਕਿਲ ਵਰਕਰ ਹੈ। ਵੀ ਡੋਂਟ ਨੀਡ ਅ ਵੇਅਰ ਹਾਊਸ ਵਰਕਰ, ਵੀ ਡੋਂਟ ਨੀਡ ਕਿ ਟਿਮ ਹਾਰਟਨ ਤੇ ਜਾਂ ਉਸ ਤਰ੍ਹਾਂ ਦੀ ਜੌਬਸ ਜਿਹੜੇ ਬੰਦੇ, ਤੁਹਾਨੂੰ ਹਾਈ ਸਕਿਲ ਵਰਕਰ ਚਾਹੀਦੇ ਆ, ਟੈਕਨੋਲੋਜੀ ਦੇ ਅੰਦਰ ਬੰਦੇ ਚਾਹੀਦੇ ਆ। ਉਹਦੇ 'ਚ ਮੈਂ ਸਮਝਦਾ ਸਾਡੀ ਜਿਹੜੀ ਸਰਕਾਰ ਹੈ, ਗਵਰਨਮੈਂਟ ਆਫ ਕੈਨੇਡਾ ਜਿਹੜੀ ਹੈ, ਭਾਵੇਂ ਹੁਣ ਹੈ ਜਾਂ ਭਾਵੇਂ ਉਹ ਤੋਂ 5 ਸਾਲ ਪਹਿਲਾਂ ਸੀ ਜਾਂ 10 ਸਾਲ ਪਹਿਲਾਂ ਸੀ, ਪਿਛਲੇ 10-20 ਸਾਲ ਦੇ ਅੰਦਰ ਕੋਈ ਵੀ ਇਹਨਾਂ ਨੇ ਇਨਵੈਸਟਮੈਂਟ ਸਾਇੰਸ ਐਂਡ ਟੈਕਨੋਲੋਜੀ 'ਚ ਨਹੀਂ ਕੀਤੀ ਹੈ। ਔਰ ਸਾਇੰਸ ਐਂਡ ਟੈਕਨੋਲੋਜੀ ਜਾਂ ਇਨੋਵੇਸ਼ਨ 'ਚ ਤੁਸੀਂ ਇਨਵੈਸਟਮੈਂਟ ਕਰੋਗੇ ਤਾਂ ਹੀ ਤੁਹਾਨੂੰ ਜਿਹੜਾ ਹੈ ਆਪਣੀ ਕੰਟਰੀ ਦੀ ਇਕਨੋਮੀ ਤੁਸੀਂ ਬਿਹਤਰ ਬਣਾ ਸਕਦੇ ਹੋ, ਔਰ ਤੁਹਾਡਾ ਕੰਟਰੀ ਜਿਹੜਾ ਵਧੀਆ ਤਰੱਕੀ ਕਰੇਗਾ। ਤੇ ਇਹ ਕੁਝ ਵਜ੍ਹਾ ਮੈਨੂੰ ਲੱਗਦੀ ਹੈ ਜੀ ਕਿ ਇਹ ਜਿਹਦੇ 'ਚ ਸਾਡੀ ਸਰਕਾਰ ਫੇਲ ਹੋਈ ਹੈ ਸਰ ਜੀ। ਇੱਕ ਹੋਰ ਬਹੁਤ ਮਹੱਤਵਪੂਰਨ ਵਿਸ਼ਾ ਇੰਟਰਸਟ ਰੇਟਸ ਦੀ, ਜਿੱਥੇ ਅਸੀਂ ਗੱਲ ਕਰਦੇ ਗਏ, ਤੁਸੀਂ ਦੱਸਿਆ ਕਿ 5 ਵਾਰ ਸਰਕਾਰ ਨੇ ਰੇਟਸ ਵਧਾ ਦਿੱਤੇ। ਇਸ ਸਾਲ ਇਹ ਕਿਹਾ ਜਾ ਰਿਹਾ ਸੀ ਕਿ ਜੀ ਇਕੋਨਮੀ ਦੇ ਵਿੱਚ ਅਸੀਂ ਕੁਝ ਬਿਹਤਰੀ ਦੇਖਾਂਗੇ, ਇੰਟਰਸਟ ਰੇਟਸ ਜਿਹੜੇ ਨੇ ਘਟਾਏ ਜਾਣਗੇ। ਪਰ ਅੱਜ ਇਹ ਖਬਰ ਆਈ ਹੈ, ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਮੁੜ ਤੋਂ ਇੱਕ ਸਟੇਟਮੈਂਟ ਦਿੱਤੀ ਕਿ ਜੇਕਰ ਇਨਫਲੇਸ਼ਨ ਨੂੰ ਅਸੀਂ ਨਹੀਂ ਰੋਕ ਸਕਦੇ ਤਾਂ ਇੰਟਰਸਟ ਰੇਟਸ ਮਾਈਟ ਬੀ ਰੇਜ਼ਡ ਅਗੇਨ। ਇਹਦੇ ਨਾਲ ਜਿਉਂ ਹੀ ਇਹ ਖਬਰ ਆਈ ਹੈ, ਤਰਥੱਲੀ ਮਚ ਗਈ ਹੈ ਮਾਰਕੀਟ ਦੇ ਵਿੱਚ ਮੁੜ ਤੋਂ, ਕਿਉਂਕਿ ਹਾਊਸਿੰਗ ਦੇ ਉੱਤੇ ਇਸ ਦਾ ਬਹੁਤ ਵੱਡਾ ਇੰਪੈਕਟ ਪਿਆ ਗਿਆ। ਸੋ ਇਫ ਯੂ ਕੁਡ ਟੈਲ ਅਸ ਅ ਲਿਟਲ ਬਿਟ ਅਬਾਊਟ ਕਿ ਇੰਟਰਸਟ ਰੇਟਸ ਦਾ ਜਿਹੜਾ ਇਨਫਲੇਸ਼ਨ ਦੇ ਨਾਲ ਸਰਕਾਰ ਜੋੜ ਕੇ ਗੱਲ ਕਰ ਰਹੀ ਹੈਗੀ ਹੈ, ਕੀ ਤੁਸੀਂ ਐਕਸਪੈਕਟ ਕਰ ਰਹੇ ਹੈਗੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ, ਇਸ ਸਾਲ ਦੇ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਜਾਂ ਇਸੇ ਤਰੀਕੇ ਨਾਲ ਇਹੀ ਕੁਝ ਚੱਲਦਾ ਰਹੇਗਾ? ਦੇਖੋ ਹਰਪ੍ਰੀਤ ਜੀ, ਇੰਟਰਸਟ ਰੇਟ ਪਿਛਲੇ 1.5 ਸਾਲ 5% ਵਧਿਆ, 10 ਵਾਰੀ ਉਹਨਾਂ ਨੇ ਇੰਟਰਸਟ ਵਧਾਇਆ ਆ। 10 ਵਾਰ, ਰਾਈਟ। ਔਰ ਹਾਲਾਂਕਿ ਇਹ ਚੌਥੀ ਮੀਟਿੰਗ ਸੀ ਜਿੱਥੇ ਕਿ ਉਹਨਾਂ ਨੇ ਬਿਲਕੁਲ ਕੋਈ ਨਾ ਵਧਾਇਆ ਤੇ ਨਾ ਘਟਾਇਆ ਆ। ਹਾਲਾਂਕਿ ਐਕਸਪੈਕਟਡ ਸੀਗਾ ਵੀ ਸ਼ਾਇਦ ਇਹਦੇ ਅੰਦਰ ਕੋਈ ਪੌਜ਼ ਵਾਲਾ ਕੋਈ ਗੱਲ ਕਹਿਣਗੇ, ਲੇਕਿਨ ਉਹਨਾਂ ਨੇ ਪਿਛਲੇ ਸਾਲ ਵਾਲੀ ਗਲਤੀ ਜਿਹੜੀ ਜਨਵਰੀ 'ਚ ਕੀਤੀ ਸੀ ਉਹ ਦੁਹਰਾਈ ਨਹੀਂ ਹੈ ਤੇ ਉਹਨਾਂ ਨੇ ਕੋਈ ਵੀ ਐਸੀ ਇੰਡੀਕੇਸ਼ਨ ਨਹੀਂ ਦਿੱਤੀ ਵੀ ਕਦੋਂ ਇੰਟਰਸਟ ਰੇਟ ਡਿੱਗਣਗੇ। ਲੇਕਿਨ ਇੱਕ ਗੱਲ ਜ਼ਰੂਰ ਹੈ, ਉਹਨਾਂ ਨੇ ਕਹੀ ਮੀਟਿੰਗ ਦੇ ਅੰਦਰ, ਬਈ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਸੀਗੀ ਬਈ ਜਿੰਨੇ ਵੀ ਉਹਨਾਂ ਦੇ ਗਵਰਨਿੰਗ ਬਾਡੀ ਦੇ ਕਾਉਂਸਲ ਮੈਂਬਰ ਹੈਗੇ ਨੇ, ਸਭ ਇਕਜੁੱਟ ਇਸ ਗੱਲੋਂ ਹੈਗੇ ਨੇ ਕਿ ਇਹ ਇੰਟਰਸਟ ਰੇਟ ਕਾਫੀ ਵੱਧ ਚੁੱਕੇ ਨੇ ਤੇ ਅਸੀਂ ਇਹ ਦੇਖਣਾ ਵੀ ਕਦੋਂ ਘਟਾਉਣੇ ਆ ਜੀ, ਤੇ ਕਦੋਂ ਘਟਾਉਣੇ ਆ। ਲੋਕਾਂ ਦੀ ਜਦੋਂ ਇਹ ਗੱਲ ਸੀ, ਐਕਸਪੈਕਟੇਸ਼ਨ ਮਾਰਚ ਅਪ੍ਰੈਲ ਤੇ ਆ ਕੇ ਟੇਕੀ ਸੀਗੀ, ਪਰ ਚੂੰਕਿ ਜਿਸ ਤਰ੍ਹਾਂ ਇਨਫਲੇਸ਼ਨ ਹਲੇ ਵੀ 3.5% ਹੈ, ਅਨਐਮਪਲੋਇਮੈਂਟ ਰੇਟ ਹਜੇ ਵੀ 5.8% ਹੈ, ਔਰ ਇਕਨੋਮੀ ਜਿਹੜੀ ਨਵੰਬਰ ਦੇ ਅੰਦਰ ਗਰੋ ਕੀਤੀ ਹੈ, ਦੈਟ ਮੀਨਸ ਕਿ ਹਲੇ ਇੰਟਰਸਟ ਰੇਟ ਘਟਾਉਣ ਦੀ ਇੰਨੀ ਛੇਤੀ ਲੋੜ ਨਹੀਂ ਹੈਗੀ ਆ। ਇੰਟਰਸਟ ਡੈਫੀਨਿਟਲੀ ਘਟਣਗੇ ਇਸ ਸਾਲ, ਹੋ ਸਕਦਾ ਹੈ ਜੂਨ ਜਾਂ ਜੁਲਾਈ 'ਚ ਘਟਣਗੇ, ਕਿਉਂਕਿ ਸਿਮਿਲਰ ਸਿਚੁਏਸ਼ਨ ਯੂਐਸ 'ਚ ਵੀ ਹੈ, ਯੂਰਪ 'ਚ ਵੀ ਹੈ। ਪਰ ਗੱਲ ਇਹ ਹੈ ਕਿ ਜੀ ਇਹ ਕੋਈ ਵੀ ਜਿਹੜਾ ਸੈਂਟਰਲ ਬੈਂਕ ਦਾ ਗਵਰਨਰ ਆ ਉਹ ਦੇਖਦਾ ਵੀ ਪਹਿਲਾਂ ਕੋਈ ਦੂਸਰਾ ਡਿਸੀਜ਼ਨ ਲੈ ਲੇ, ਸੋ ਦੈਟ ਹੀ ਹੈਜ਼ ਸਮਥਿੰਗ ਟੂ ਬੈਕ ਔਨ, ਨੰਬਰ 1। ਨੰਬਰ 2, ਜਿਹੜੀ ਗੱਲ ਹਾਊਸਿੰਗ ਵਾਲੀ ਹੈ, ਉਹਨਾਂ ਨੇ ਪਿੱਛੇ, ਤੁਸੀਂ ਠੀਕ ਕਹਿ ਰਹੇ, ਉਹਨਾਂ ਨੇ ਕਿਹਾ ਵੀ ਤੁਸੀਂ ਸਾਰਾ ਕੁਝ ਨਜਲਾ ਜਿਹੜਾ ਹੈ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਤੇ ਨਾ ਗਿਰਾ ਦਿਓ। ਇੰਟਰਸਟ ਰੇਟ ਇਜ਼ ਨਾਟ ਦੀ ਓਨਲੀ ਫੈਕਟਰ, देयर आर अदर फैक्टर्स ਆਲਸੋ। ਇੰਪਲੋਇਮੈਂਟ ਫੈਕਟਰ ਹੈ। ਇੰਟਰਸਟ ਰੇਟ ਬੇਸ਼ੱਕ 2% ਹੋ, ਜੇ ਇੰਪਲੋਇਮੈਂਟ ਹੀ ਨਹੀਂ ਹੈਗੀ ਤਾਂ ਫਿਰ ਕੀ ਕਰੋਗੇ? ਔਰ ਵੇਜਿਸ ਵੀ ਜਿਹੜੇ ਚੰਗੀ ਤਨਖਾਹ ਲੋਕਾਂ ਦੀ ਹੋਣੀ ਚਾਹੀਦੀ ਤਾਂ ਲੋਕ ਘਰ ਲੈ ਸਕਣਗੇ। ਡਿਮਾਂਡ ਐਂਡ ਸਪਲਾਈ ਹੈ, ਜੇ ਤੁਸੀਂ ਆਪਣਾ ਕੰਪਲਾਇੰਸ ਰੈਗੂਲੇਟਰੀ ਬਾਡੀ ਜਿਹੜੀਆਂ ਸਿਟੀਜ਼ ਦੇ ਅੰਦਰ ਨੇ, ਹਜੇ ਵੀ ਕੋਈ ਤੁਸੀਂ
ਮੈਂ ਸਮਝਦਾ ਇੱਥੇ ਟੋਰਾਂਟੋ ਦੇ ਅੰਦਰ ਕਿਸੇ ਨੇ ਅਪਰੂਵਲ ਲੈਣੀ ਹੋਵੇ ਤੇ 1.5 ਸਾਲ ਲੱਗ ਜਾਂਦਾ ਹੈ। ਤੇ ਜ਼ੋਨਿੰਗ ਡਿਪਾਰਟਮੈਂਟ ਤੋਂ ਡਿਫਰੈਂਟ ਡਿਪਾਰਟਮੈਂਟ ਜਿਹੜੀਆਂ ਨੇ ਰੈਡ ਟੇਪਿਜ਼ਮ ਹੈ। ਜਦ ਤੱਕ ਤੁਸੀਂ ਰੈਡ ਟੇਪਿਜ਼ਮ ਦੂਰ ਨਹੀਂ ਕਰਦੇ, ਬਿਲਡਰਸ ਨੂੰ ਤੁਸੀਂ ਮੋਟੀਵੇਟ ਨਹੀਂ ਕਰਦੇ, ਉਹਨਾਂ ਨੂੰ ਤੁਸੀਂ ਇਨਸੈਂਟਿਵ ਨਹੀਂ ਦਿੰਦੇ ਕਿ ਤੁਸੀਂ ਰੈਂਟਲ ਪਰਪਸ ਬਿਲਡਿੰਗਾਂ ਬਣਾਓ, ਅਪਾਰਟਮੈਂਟ ਬਿਲਡਿੰਗਸ ਬਣਾਓ ਜਿਹੜੀ ਕਿ ਰੈਂਟਲ ਯੂਜ਼ ਲਈ ਹੋਣ, ਨਾ ਕਿ ਕੌਂਡੋ ਬਿਲਡਿੰਗਸ ਜੀ। ਪਲੱਸ ਉਹਨਾਂ ਨੂੰ ਕੋਈ ਇਹੋ ਜਿਹੇ ਇਨਸੈਂਟਿਵ, ਜਿਸ ਤਰ੍ਹਾਂ ਹੁਣ ਸਰਕਾਰ ਨੇ, ਫੈਡਰਲ ਸਰਕਾਰ ਨੇ ਕਿਹਾ ਵੀ ਉਹਨਾਂ ਨੂੰ GST ਦੀ ਰਿਬੇਟ ਮਿਲੇਗੀ, ਲੇਕਿਨ ਉਹ 2025 ਤੋਂ ਸ਼ੁਰੂ ਹੋਣੀ ਹੈ ਤੇ ਉਹ ਦੇਰ ਆਏ ਸੋ ਦੁਰਸਤ ਆਏ, ਉਹਦੇ ਰਿਜ਼ਲਟ ਤੁਹਾਨੂੰ ਅਗਲੇ 2-3 ਸਾਲ 'ਚ ਦੇਖਣ ਨੂੰ ਮਿਲਣਗੇ। ਪਰ ਫਿਲਹਾਲ ਜਿਹੜੀ ਸਰਕਾਰ ਦੀ ਪਾਲਿਸੀਜ਼ ਨਹੀਂ ਉਹ ਫੇਲ ਹੋਈਆਂ ਸਰ ਜੀ। ਅੱਛਾ, ਇੱਕ ਚੀਜ਼ ਜ਼ਰੂਰ ਕਲੈਰੀਫਾਈ ਕਰੋ ਕਿ ਜਦੋਂ ਬੈਂਕ ਆਫ ਕੈਨੇਡਾ ਦਾ ਗਵਰਨਰ ਕੋਈ ਸਟੇਟਮੈਂਟ ਦਿੰਦਾ ਹੈ ਜਾਂ ਕੋਈ ਡਿਸੀਜਨ ਲੈਂਦਾ ਹੈ, ਇਜ਼ ਦਿਸ ਆਰਗੇਨਾਈਜੇਸ਼ਨ ਐਨ ਇੰਡੀਪੈਂਡੈਂਟ ਬੋਡੀ ਜਾਂ ਸਰਕਾਰ ਜਿਹੜੀ ਹੈ ਡਾਇਰੈਕਟ ਕਰਦੀ ਹੈ ਕਿ ਜੀ ਇੰਟਰਸਟ ਵਧਾਓ ਜਾਂ ਘਟਾਓ, ਜਾਂ ਇਹਦੇ ਹੋਰ ਵਰਲਡ ਇਕੋਨਮੀ ਨੂੰ ਦੇਖ ਕੇ ਜਾਂ ਪ੍ਰੈਜ਼ੈਂਟ ਕੰਟਰੀ ਦੇ ਕੰਡੀਸ਼ਨਸ ਨੂੰ ਦੇਖ ਕੇ ਇੰਡੀਪੈਂਡੈਂਟਲੀ ਇਹ ਡਿਸੀਜਨ ਲਿਆ ਜਾਂਦਾ ਹੈ? As far as I know, it is an autonomous body, totally independent body है। आज तक ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਇਹਦੇ ਅੰਦਰ ਇੰਟਰਫੇਅਰ ਨਹੀਂ ਕੀਤਾ ਹੈ ਜੀ, ਅੱਜ ਤੱਕ ਨਹੀਂ ਕੀਤਾ। ਬੇਸ਼ੱਕ ਉਹ ਗੱਲ ਅਲੱਗ ਹੈ ਕਿ ਜਿਹੜੇ ਕੰਜ਼ਰਵੇਟਿਵ ਦੇ ਚੀਫ ਨੇ ਪੀਅਰ ਪੋਲਰ, ਉਹ ਤਾਂ ਇਹ ਧਮਕੀ ਦਿੰਦੇ ਨੇ ਕਿ ਮੈਂ ਆਉਂਦੇ ਸਾਰ I will, the first thing I'll do is I'll fire the Bank of Canada governor, ਲੇਕਿਨ I don't think so Tiff McCallum ਸਾਹਿਬ ਦਾ ਕੋਈ ਫਾਲਟ ਹੈਗਾ। He has been given certain guidelines, ਬਈ ਤੁਸੀਂ GDP ਵੀ ਗਰੋ ਕਰਨੀ ਹੈ, ਤੁਸੀਂ ਅਨਐਮਪਲੋਇਮੈਂਟ ਰੇਟ ਵੀ ਲੋ ਰੱਖਣਾ ਹੈਗਾ, ਇਨਫਲੇਸ਼ਨ ਵੀ ਲੋ ਰੱਖਣੀ ਹੈਗੀ ਆ। So he has been given those guidelines, he has been given certain tools। ਕੋਈ ਨਾਲੇ ਫਿਰ ਜਿਹੜਾ ਬੈਂਕ ਆਫ ਕੈਨੇਡਾ ਦਾ ਗਵਰਨਰ ਹੈ ਕੋਈ ਯੂਨੀਲੈਟਰਲ ਡਿਸੀਜਨ ਨਹੀਂ ਲੈਂਦਾ, ਫਿਰ ਗਵਰਨਿੰਗ ਕਾਉਂਸਲ ਹੈਗੀ ਹੈ ਜਿਹਦੇ ਅੰਦਰ ਮੈਂ ਕਿਹਾ 12 ਤੇ 18 ਮੈਂਬਰ ਹੈਗੇ ਨੇ, ਉਹ ਕੰਸੈਂਸਸ ਡਿਸੀਜਨ ਹੁੰਦਾ ਹੈ, ਨਾ ਕਿ ਕੋਈ ਕੱਲਾ ਵੀ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਫੋਨ ਕਰਤਾ ਪ੍ਰਾਈਮ ਮਿਨਿਸਟਰ ਨੇ ਤੇ ਬਈ ਉਹਨਾਂ ਨੇ ਜੀ ਸਵੇਰੇ ਡਿਸੀਜਨ ਕੁਝ ਹੋਰ ਲੈ ਲਿਆ। ਮੈਂ ਮੰਨਦਾ ਹੈ ਇਹੋ ਜਿਹੇ ਡਿਸੀਜਨ, ਇਹੋ ਜਿਹੀਆਂ ਬਾਡੀਜ਼ ਕਈ ਕੰਟਰੀ 'ਚ ਹੁੰਦੀਆਂ ਨੇ ਜਿੱਥੇ ਕਿ ਮਤਲਬ 5 ਸਾਲ 'ਚ 3-3 4-4 ਬੈਂਕ, ਮਤਲਬ ਉਹਨਾਂ ਦੇ ਸੈਂਟਰਲ ਬੈਂਕ ਦੇ ਗਵਰਨਰ ਚੇਂਜ ਹੋ ਜਾਂਦੇ ਨੇ, ਉੱਥੇ ਪੋਲੀਟੀਕਲ ਇੰਟਰਫੇਰੈਂਸ ਹੁੰਦੀ ਆ। ਲੇਕਿਨ ਕੰਟਰੀ ਲਾਈਕ ਕੈਨੇਡਾ ਇਸ ਕੋਈ ਐਸੀ ਇੰਟਰਫੇਰੈਂਸ ਨਹੀਂ ਹੈਗੀ ਸਰ। ਰਾਈਟ, ਗ੍ਰੇਟ। ਅਗੇਨ ਸੁਰਿੰਦਰਪਾਲ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਵਾਪਸ ਆਉਂਦੇ ਤੇ ਲਾਸਟ ਸੈਗਮੈਂਟ ਵਿੱਚ ਤੁਹਾਡੇ ਤੋਂ ਜਾਣਕਾਰੀ ਲਵਾਂਗੇ, ਜਿੱਥੇ ਖਾਸ ਤੌਰ 'ਤੇ ਆਪਣੇ ਭਾਈਚਾਰੇ ਦੀ ਅਸੀਂ ਗੱਲ ਕਰਦੇ ਹਾਂ। ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥ ਸਾਡੇ ਹਾਊਸਿੰਗ ਇੰਡਸਟਰੀ ਦੇ ਵਿੱਚ ਇਸ ਸਮੇਂ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀਆਂ ਸਨ। ਟਰੱਕਿੰਗ ਇੰਡਸਟਰੀ ਦੀ ਇਸ ਸਮੇਂ ਹਾਲਾਤ ਮਾੜੇ ਹੋਏ ਪਏ ਨੇ, ਜੌਬਸ ਦੀ ਲੋ ਸਕਿਲ ਜੌਬਸ ਵੀ ਇਸ ਸਮੇਂ ਅਵੇਲੇਬਲ ਨਹੀਂ ਹੋ ਰਹੇ ਹੈਗੇ। ਸੋ 2024 ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਕਿਸ ਤਰ੍ਹਾਂ ਦਾ ਅਸੀਂ ਦੇਖ ਸਕਦੇ ਹਾਂ, ਅਤੇ ਖਾਸ ਤੌਰ 'ਤੇ ਭਾਈਚਾਰੇ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਵੀ ਲਰਨ ਆਲ ਅਬਾਊਟ ਦਿਸ ਆਫਟਰ ਦਿਸ ਸ਼ਾਰਟ ਬ੍ਰੇਕ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ? ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ, ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਸਰਦਾਰ ਸੁਰਿੰਦਰਪਾਲ ਸਿੰਘ ਜੀ ਅੱਜ ਸਾਡੇ ਮਹਿਮਾਨ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਤੇ ਕੈਨੇਡੀਅਨ ਇਕੋਨਮੀ ਦੇ ਸੰਬੰਧ ਵਿੱਚ ਅਸੀਂ ਅੱਜ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਕਿੱਥੇ ਅਸੀਂ ਖਲੋਤੇ ਹਾਂ ਇਸ ਸਾਲ ਜੋ ਬਾਕੀ ਰਹਿ ਗਿਆ ਸਾਡੇ ਕੋਲ ਫਰਵਰੀ ਔਨਵਰਡਸ, ਕੀ ਕੁਝ ਅਸੀਂ ਇਕੋਨਮੀ ਯਾਨੀ ਕਿ ਸਾਡੇ ਵਿੱਤੀ ਹਾਲਾਤ ਜਿਹੜੇ ਨੇ ਕਿਸ ਪਾਸੇ ਨੂੰ ਜਾ ਸਕਦੇ ਨੇ, ਅਤੇ ਖਾਸ ਤੌਰ ਦੇ ਉੱਤੇ ਕੀ ਸਾਨੂੰ ਕਰਨ ਦੀ ਲੋੜ ਹੈ। ਸੋ ਸਰਦਾਰ ਸੁਰਿੰਦਰਪਾਲ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਕਾਫੀ ਮਹੱਤਵਪੂਰਨ ਗੱਲਾਂ ਕੀਤੀਆਂ ਨੇ, ਹੁਣ ਗੱਲ ਇੱਥੇ ਖੜੀ ਹੁੰਦੀ ਹੈ ਕਿ ਇਸ ਸਮੇਂ ਟਰੱਕਿੰਗ ਇੰਡਸਟਰੀ ਦਾ ਹਾਲ ਮਾੜਾ ਹੈ, ਹਾਊਸਿੰਗ ਦਾ ਮਾੜਾ ਹੈਗਾ, ਉਸ ਤੋਂ ਇਲਾਵਾ ਜੌਬਸ ਨਹੀਂ ਮਿਲ ਰਹੀਆਂ, ਇੰਡਸਟਰੀ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਕੀ ਤੁਸੀਂ ਐਕਸਪੈਕਟ ਕਰਦੇ ਹੈਗੇ ਹੋ ਕਿ ਇਹ ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਇੱਕ ਹੱਬ ਹੈਗਾ ਸੀ ਆਪਣਾ, ਉਹਦੇ 'ਚ ਵੀ ਅਸੀਂ ਬੜੇ ਮਾੜੇ ਹਾਲਾਤ ਦੇਖ ਰਹੇ ਹਾਂ, ਜਦ ਕਿ ਅਮਰੀਕਾ ਦੇ ਨਾਲ ਸਾਡੇ ਟ੍ਰੇਡਿੰਗ ਸੰਬੰਧ ਬਹੁਤ ਵਧੀਆ ਨੇ, ਬਲਕਿ ਅਸੀਂ ਤਾਂ ਸਾਡੀ ਕੈਨੇਡੀਅਨ ਇਕੋਨਮੀ ਡਿਪੈਂਡੈਂਟ ਹੀ ਅਮਰੀਕਾ ਦੇ ਉੱਤੇ ਹੈਗੀ ਹੈ ਕਿਹਾ ਜਾਂਦਾ ਹੈ। ਸੋ ਕੀ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ ਸੱਟ ਵੱਜ ਰਹੀ ਹੈ ਹਰ ਪਾਸੇ? ਦੇਖੋ ਸਰ, ਐਸ ਫਾਰ ਦ ਟਰੱਕਿੰਗ ਇੰਡਸਟਰੀ ਇਜ਼ ਕੰਸਰਨਡ, ਟਰੱਕਿੰਗ ਇੰਡਸਟਰੀ ਇਜ਼ ਅ ਬੈਰੋਮੀਟਰ ਆਫ ਦ ਇਕੋਨਮੀ। ਜੇ ਤੁਹਾਨੂੰ ਟਰੱਕਿੰਗ ਇੰਡਸਟਰੀ ਸਲੋ ਹੈ, ਸੋਚੋ ਵੀ ਇਕੋਨਮੀ ਬਹੁਤ ਸਲੋ ਹੈਗੀ ਆ। ਰਾਈਟ।
ਸੈਕੰਡ, ਕਈ ਚੇਂजेस ਵੀ ਆਏ ਆ ਸਰ ਇਕਨੋਮੀ ਦੇ ਅੰਦਰ ਬਿਕਾਜ਼ ਆਫ ਟੈਕਨੋਲੋਜੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ। ਕੁਝ ਚੀਜ਼ਾਂ ਦੀ ਤੁਹਾਨੂੰ ਲੋੜ ਨਹੀਂ ਪੈਣੀ ਅੱਗੇ ਵਾਲੇ ਟਾਈਮ 'ਚ, ਇਸ ਕਰਕੇ ਵੀ ਆਵਾਜਾਈ ਜਿਹੜੀ ਘਟ ਜਾਂਦੀ ਆ। ਤੀਸਰੀ ਗੱਲ ਇਹ ਵੀ ਹੈਗੀ ਕਿ ਡਿਊਰਿੰਗ ਕੋਵਿਡ ਕੁਝ ਲੋਕਾਂ ਨੇ ਨਾ ਸਟਾਕ ਪਾਈਲਿੰਗ ਕਰਤੀ ਸੀ ਸ਼ੁਰੂ। ਜੇ ਕਿਸੇ ਚੀਜ਼ ਦੀ ਕਹਿ ਲਓ ਤੁਹਾਨੂੰ 2 ਆਈਟਮਾਂ ਦੀ ਲੋੜ ਹੈ, ਤੁਸੀਂ 5 ਰੱਖਦੇ ਸੀ, 7 ਰੱਖਦੇ ਸੀ, ਤੁਹਾਨੂੰ ਲੱਗਦਾ ਹੀ ਪਤਾ ਨਹੀਂ ਮੁੜ ਕੇ ਸਪਲਾਈ ਮੇਰੀ ਡਿਸਰਪਟ ਨਾ ਹੋ ਜਾਏ ਤੇ ਮੇਰੇ ਕਸਟਮਰ ਵੀ ਵਾਪਸ ਚਲੇ ਜਾਣਗੇ। ਤੇ ਇਸ ਕਰਕੇ ਕਈ ਜਿਹੜੇ ਕਹਿ ਲਓ ਕਿ ਹੋਲਸੇਲਰ ਸੀਗੇ, ਰਿਟੇਲਰ ਸੀਗੇ, ਉਹਨਾਂ ਨੇ ਸਟਾਕ ਪਾਈਲਿੰਗ ਕੀਤੀ ਹੋਈ ਸੀਗੀ। ਉਹ ਸਟਾਕ ਪਾਈਲਿੰਗ ਜਿਹੜੀ ਆ ਹੁਣ ਡਿਪਲੀਟ ਹੋ ਗਈ ਆ। ਉਹ ਡਿਪਲੀਟ ਹੋ ਗਈ ਹੈ ਤੇ ਮੈਨੂੰ ਇਹ ਲੱਗਦਾ ਹੈ ਜੀ ਕਿ ਜੂਨ ਜੁਲਾਈ ਤੋਂ ਬਾਅਦ ਟਰੱਕਰਸ ਲਈ ਵੀ ਹਾਲਾਤ ਸੁਖਾਵੇਂ ਹੋ ਜਾਣਗੇ, ਇਕਨੋਮੀ ਲਈ ਵੀ ਹਾਲਾਤ ਸੁਖਾਵੇਂ ਹੋ ਜਾਣਗੇ ਔਰ ਇਕਨੋਮੀ ਵਿਲ ਸਟਾਰਟ ਪਿਕਿੰਗ ਅਪ ਫਰਮ ਦੀ ਸੈਕੰਡ ਹਾਫ। ਨਾਲੇ ਸਰਕਾਰ ਵੀ ਜਿਹੜੀ ਸਰਕਾਰ ਕਹਿ ਰਿਹਾ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ, ਉਹ ਵੀ ਲੱਗਦਾ ਜੀ ਜੂਨ ਜੁਲਾਈ ਜਿਹੜਾ ਹੈ ਇੰਟਰਸਟ ਰੇਟ ਥੋੜੇ ਜਿਹੇ ਡੇਗ ਦੇਣਗੇ ਤੇ ਇਹਦੇ ਨਾਲ ਜਿਹੜਾ ਹੈ ਮਤਲਬ ਪੋਜ਼ਿਟਿਵ ਮੋਮੈਂਟਮ ਜਿਹੜਾ ਇਕਨੋਮੀ ਚ ਆ ਜਾਏਗਾ ਸਰ। ਰਾਈਟ, ਐਂਡ ਆਫ ਕੋਰਸ ਇਲੈਕਸ਼ਨ ਈਅਰ ਹੈਗਾ ਅਗਲੇ ਸਾਲ ਤੇ ਹੋਰ ਬਹੁਤ ਸਾਰੀਆਂ ਅਨਾਉਂਸਮੈਂਟ ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ। ਕੀ ਤੁਸੀਂ ਸਮਝਦੇ ਹੋ ਕਿ ਪੰਪਿੰਗ ਇਨ ਮਨੀ, ਮੋਰ ਮਨੀ ਬਾय ਦ ਗਵਰਨਮੈਂਟ ਕੈਨ ਹੈਲਪ ਇੰਪਰੂਵ ਦ ਕੰਡੀਸ਼ਨਸ ਇਨ ਕੈਨੇਡਾ? ਦੇਖੋ ਸਰ, ਜਿਹੜੀ ਤੁਸੀਂ ਗੱਲ ਕਹੀ ਸੀ ਨਾ ਇਨਫਰਾਸਟ੍ਰਕਚਰ ਸਰਕਾਰ ਨੇ ਪੈਸੇ ਨਹੀਂ ਇਨਵੈਸਟਮੈਂਟ ਕੀਤੇ ਪਿਛਲੇ 3-4 ਸਾਲ ਦੇ ਅੰਦਰ, ਉਹਦੀ ਵਜ੍ਹਾ ਇਹ ਵੀ ਹੈਗੀ ਹੈ ਕਿ ਜੇ ਸਰਕਾਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਾਰਜ ਸਕੇਲ ਤੇ ਸ਼ੁਰੂ ਕਰ ਦਿੰਦੀ ਜੀ ਤੇ ਉਹਦੇ ਨਾਲ ਇਨਫਲੇਸ਼ਨ ਹੋਰ ਉੱਤੇ ਜਾਣੀ ਸੀਗੀ। ਕਿਉਂਕਿ ਇੱਕ ਪਾਸੇ ਤੁਹਾਨੂੰ ਬਿਲਡਿੰਗ ਮਟੀਰੀਅਲ ਨਹੀਂ ਮਿਲ ਰਿਹਾ ਸੀ, ਤੁਹਾਨੂੰ ਜਿਹੜਾ EMPLOYE ਨਹੀਂ ਮਿਲ ਰਹੀ ਸੀ ਕਿ ਤੁਸੀਂ ਕੰਸਟਰਕਸ਼ਨ ਦੇ EMPLOYE ਕਿਸੇ ਨੂੰ ਫੋਨ ਕਰੋ ਅੱਜ ਤੋਂ 1.5 ਸਾਲ ਪਹਿਲਾਂ ਤੇ ਉਹ ਕਹਿੰਦਾ ਸੀ ਜੀ ਮੈਨੂੰ ਸਾਲ ਬਾਅਦ ਫੋਨ ਕਰਨਾ। ਉਹ ਇੰਨਾ ਕੰਮ ਸੀਗਾ ਉਹਨਾਂ ਕੋਲ। ਲੋਕੀ ਸਾਰੇ ਆਪਣੀ ਜਿਹੜੀ ਹੈ ਰੈਨੋਵੇਸ਼ਨ ਦੇ ਅੰਦਰ, ਕਿਉਂਕਿ ਡਿਊਰਿੰਗ ਕੋਵਿਡ ਸਭ ਲੋਕ ਆਪਣੇ ਘਰਾਂ ਦੀ ਜਿਹੜੀ ਰੈਨੋਵੇਸ਼ਨ, ਬੇਸਮੈਂਟ ਬਣਾ ਲਈ, ਇਸ ਤਰ੍ਹਾਂ ਦੇ ਕੰਮ ਲੱਗੇ ਹੋਏ ਸੀ। ਜਦੋਂ ਸਰਕਾਰ ਵੀ ਨਾਲ ਆਪਣੀ ਜਿਹੜੀ ਇਨਫਰਾਸਟ੍ਰਕਚਰ ਤੇ ਪੈਸੇ ਲਗਾਉਣੇ ਸ਼ੁਰੂ ਕਰ ਦਿੰਦੀ, ਇੱਕ ਤਾਂ ਸਰਕਾਰ ਨੂੰ ਪੈਸੇ ਵੱਧ ਲਾਉਣੇ ਪੈਣੇ ਸੀਗੇ, EMPLOYE ਨਹੀਂ ਮਿਲਣੇ ਸੀਗੇ, ਮਟੀਰੀਅਲ ਮਹਿੰਗਾ ਮਿਲਣਾ ਸੀਗਾ, ਇਨਫਲੇਸ਼ਨ ਹੋਰ ਵੱਧ ਜਾਣੀ ਸੀਗੀ। ਤੇ ਮੈਂ ਸਮਝਦਾ ਇਸ ਕਰਕੇ ਸਰਕਾਰ ਨੇ ਉੱਥੇ ਜਿਹੜਾ ਹੈ ਸਲੋ ਮੂਵਮੈਂਟ ਕੀਤੀ ਹੈ। ਲੇਕਿਨ ਹੁਣ ਟਾਈਮ ਹੈਗਾ ਸਰਕਾਰ ਨੂੰ, ਕਿਉਂਕਿ ਜਦੋਂ ਇਕਨੋਮੀ ਸਲੋ ਹੋ ਗਈ ਹੈ ਔਰ ਇਨਫਲੇਸ਼ਨ ਵੀ ਮਤਲਬ ਠੀਕ ਹੈ 2% ਤੇ ਨਹੀਂ ਹੈਗੀ, 3.5% ਤੇ ਹੈਗੀ ਆ, ਤੇ ਹੁਣ ਸਰਕਾਰ ਨੂੰ ਚਾਹੀਦਾ ਵੀ ਇਨਫਰਾਸਟ੍ਰਕਚਰ ਤੇ ਜਿਹੜਾ ਹੈ ਲਾਰਜ ਸਕੇਲ ਤੇ ਇਨਵੈਸਟਮੈਂਟ ਕਰੇ ਔਰ ਤਾਂ ਕਿ ਇਕਨੋਮੀ ਮੁੜ ਕੇ ਨਵੇਂ ਸਿਰੇ ਤੋਂ ਰਿਵਾਈਵ ਹੋਏ ਸਰ। ਜੀ, ਤੁਸੀਂ ਹੋਪ ਦੇ ਰਹੇ ਹੈਗੇ ਹੋ, ਲੇਕਿਨ ਉਸ ਦੇ ਨਾਲ ਜਿਸ ਤਰ੍ਹਾਂ ਹੁਣੀ ਹਾਲ ਹੀ ਵਿੱਚ ਸੀਬਾ ਦੇ ਲੋਨਸ ਰੀਪੇ ਕਰਨੇ ਹੈਗੇ ਸੀ, ਬਹੁਤ ਸਾਰੇ ਲੋਕਾਂ ਨੇ ਵਾਪਸ ਵੀ ਕੀਤੇ, ਕਈਆਂ ਨੇ ਨਹੀਂ ਵੀ ਕੀਤੇ। ਉਹ ਵੀ ਸਟਰਗਲ ਪੀਰੀਅਡ 'ਚੋਂ ਲੰਘ ਰਹੇ ਨੇ ਕਿਉਂਕਿ ਜਿੰਨੀ ਵੀ ਇਨਵੈਸਟਮੈਂਟਸ ਲੋਕਾਂ ਨੇ ਕੀਤੀਆਂ ਸੀ ਰੀਅਲ ਏਸਟੇਟ ਦੇ ਵਿੱਚ, ਉਹ ਕਾਫੀ ਥੱਲੇ ਆਈਆਂ ਨੇ। ਮਾਰਕੀਟ ਇਸ ਸਮੇਂ ਉਨੀ ਠੀਕ ਨਹੀਂ ਹੈਗੀ। ਸੋ ਕੀ ਫੋਰਸੀ ਕਰ ਰਹੇ ਹੋ ਜੀ, ਜਿਸ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ ਸੈਕੰਡ ਕੁਆਰਟਰ ਤੋਂ ਬਾਅਦ ਇਕਨੋਮੀ ਬੈਟਰ ਹੋਏਗੀ, ਕੀ ਹਾਊਸਿੰਗ ਦੇ ਵਿੱਚ ਵੀ ਅਸੀਂ ਕੁਝ ਦੇਖਦੇ ਹਾਂ ਰਿਵਾਈਵਲ ਹੋ ਸਕਦੀ ਹੈ ਜੀ? ਦੇਖੋ ਸਰ, ਜਿਹੜੇ ਲੋਕਾਂ ਨੇ ਡਿਊਰਿੰਗ ਕੋਵਿਡ ਮਕਾਨ ਲਏ ਨਾ, ਕਈ ਰਾਤੋਂ ਰਾਤ ਮਤਲਬ ਇਨਵੈਸਟਰ ਬਣ ਗਏ, ਰੀਅਲ ਏਸਟੇਟ ਇਨਵੈਸਟਰ ਬਣ ਗਏ, ਜਿਨ੍ਹਾਂ ਨੂੰ ਨਾ ਤਾਂ ਕੋਈ ਰੀਅਲ ਏਸਟੇਟ ਬਾਰੇ ਪਤਾ, ਨਾ ਕੋਈ ਇਨਵੈਸਟਮੈਂਟ ਬਾਰੇ ਪਤਾ। ਦੇ ਵਰ ਸਪੈਕੂਲੇਟਿਵ ਬਾਇਰਸ ਜੀ। ਉਹ ਲੋਕ ਜ਼ਰੂਰ ਮਤਲਬ ਪ੍ਰੋਬਲਮ 'ਚ ਆਏ ਹੈਗੇ ਆ, ਪਰ ਜੇ ਤੁਸੀਂ ਕਹੋ ਵੀ ਹਾਊਸਿੰਗ ਮਾਰਕੀਟ ਹਜੇ ਵੀ ਪ੍ਰੀ ਪੈਂਡੈਮਿਕ ਲੈਵਲ ਤੇ ਤਾਂ ਨਹੀਂ ਆਈ ਜੀ, ਹਜੇ ਵੀ ਮਤਲਬ ਪਿਛਲੇ ਜੇ ਤੁਸੀਂ ਦੇਖੋ ਪੈਂਡੈਮਿਕ ਤੋਂ ਪਹਿਲਾਂ ਜੋ ਪ੍ਰਾਈਸਿਸ ਸੀ ਉਸ ਲੈਵਲ ਤੇ ਤਾਂ ਹਜੇ ਵੀ ਨਹੀਂ ਆਈ। ਠੀਕ ਹੈ, ਆਪਣੇ ਪੀਕ ਨਾਲੋਂ, ਪੀਕ ਵਾਸ ਦੀ ਫੈਬਰੂਰੀ 2022, ਉਸ ਤੋਂ ਬਾਅਦ ਜਿਹੜਾ ਕਿਉਂਕਿ ਜਦੋਂ ਸ਼ੁਰੂ ਹੋਇਆ ਸੀ ਇਹ ਵਾਰ ਯੂਕਰੇਨ ਦਾ, ਉਦੋਂ ਪੀਕ ਸੀਗੀ ਰੀਅਲ ਏਸਟੇਟ, ਉਸ ਤੋਂ ਬਾਅਦ ਡਿਗਣੀ ਸ਼ੁਰੂ ਹੋਈ ਆ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਜੀ ਹੁਣ ਇਹ ਜਿਹੜੀ ਮਾਰਕੀਟ ਸਟੇਬਲਾਈਜ਼ ਹੋ ਜਾਏਗੀ। ਸਟੇਬਲਾਈਜ਼ ਕਹਿਣ ਤੋਂ ਭਾਵੇਂ ਥੱਲੇ ਡਿਗਣੀ ਰੀਅਲ ਏਸਟੇਟ ਬੰਦ ਹੋ ਜਾਏਗੀ ਔਰ ਹੌਲੇ ਹੌਲੇ ਜਿਹੜਾ ਹੈ ਆਸਤਾ ਆਸਤਾ ਜਿਹੜਾ ਥੋੜੇ ਜਿਹੜੇ ਪ੍ਰਾਈਸ ਵਧਣੇ ਸ਼ੁਰੂ ਹੋ ਜਾਣਗੇ। ਲੇਕਿਨ ਜੇ ਤੁਸੀਂ ਕਹੋ ਵੀ ਉਹ ਪੁਰਾਣਾ ਟਾਈਮ ਆ ਜੇ ਵੀ 1 ਮਹੀਨੇ 10% ਵੱਧ ਗਏ, ਜਿਹੜੀਆਂ ਬਿਡਿੰਗ ਹੋ ਰਹੀਆਂ, 70 ਆਫਰ ਆ ਰਹੀਆਂ ਇੱਕ ਘਰ ਤੇ, 2 ਲੱਖ ਮਹਿੰਗਾ ਵਿਕ ਗਿਆ, 5 ਲੱਖ ਮਹਿੰਗਾ ਵਿਕ ਗਿਆ, ਉਹ ਹਾਲਾਤ ਨਹੀਂ ਆਉਣੇ ਔਰ ਆਉਣੇ ਵੀ ਨਹੀਂ ਚਾਹੀਦੇ। ਠੀਕ ਹੈ, ਜਿਸ ਤਰ੍ਹਾਂ ਪਹਿਲਾਂ ਰੀਅਲ ਏਸਟੇਟ ਐਵਰੀ ਈਅਰ 4 to 5% ਗਰੋ ਕਰਦੀ ਸੀ, ਉਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਸੈਕੰਡ ਹਾਫ ਤੋਂ ਬਾਅਦ ਉਹ ਆਉਣੇ ਸ਼ੁਰੂ ਹੋ ਜਾਣਗੇ ਔਰ ਦੈਟ ਇਜ਼ ਅ ਹੈਲਦੀ ਸਾਈਨ ਔਰ ਗਰੋਥ ਇਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ ਸਰ। ਐਬਸੋਲੂਟਲੀ, ਨੋ ਡਾਊਟ ਅਬਾਊਟ। ਬਟ ਵਾਟ ਅਬਾਊਟ ਇੰਟਰਸਟ ਰੇਟਸ? ਕੀ ਤੁਸੀਂ ਸਮਝਦੇ ਹੋ ਕਿ ਉਹ ਪ੍ਰੀ ਪੈਂਡੈਮਿਕ ਲੈਵਲ ਤੇ ਜਾਣਗੇ ਜਾਂ ਹੁਣ ਇੱਥੇ ਹੀ 0.25 ਅਪ ਡਾਊਨ ਹੀ ਰਹੇਗਾ? ਨਹੀਂ ਸਰ, ਪ੍ਰੀ ਪੈਂਡੈਮਿਕ ਤਾਂ ਆਲਮੋਸਟ 0% ਇੰਟਰਸਟ ਸੀਗਾ ਤੇ what you can expect is ਜਿਹੜਾ ਹੁਣ ਪ੍ਰਾਈਮ 7.2 ਹੈਗਾ, you can expect 75 basis point decrease in 2024 starting from the second half. ਫਿਰ 2025 depending on how the economy unfolds, ਪਰ ਕਿਸੇ ਵੀ ਹਾਲਾਤ ਦੇ ਅੰਦਰ ਜਿਹੜੇ ਹੈ ਇਹ ਜੇ ਤੁਸੀਂ ਹੁਣ ਦੇਖੋਗੇ ਹੁਣ ਵੀ ਇੰਟਰਸਟ ਰੇਟ ਕੋਈ ਇੰਨੇ ਜ਼ਿਆਦਾ ਨਹੀਂ ਹੈ ਪਿਛਲੇ 20-30 ਸਾਲ ਨਾਲ ਕੰਪੇਅਰ ਕਰੋ ਤਾਂ ਨਾਰਮਲ ਇੰਟਰਸਟ ਰੇਟ ਜਿਹੜੇ ਹੈਗੇ ਆ।
ਕਿਉਂਕਿ 6% ਪ੍ਰਾਈਮ ਰੇਟ ਆਫ ਇੰਟਰਸਟ ਕੈਨੇਡਾ ਦਾ ਨਾਰਮਲ ਰਿਹਾ ਪਿਛਲੇ 40 ਸਾਲਾਂ 'ਚ। ਰਾਈਟ। ਤੇ ਜੇ ਹੁਣ 7.2 ਹੈ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ, ਲੇਕਿਨ ਚੂੰਕਿ ਲੋਕ ਗਿੱਜ ਗਏ ਆ, ਲੋਕਾਂ ਨੂੰ ਆਦਤ ਪੈ ਗਈ ਆ 2% ਇੰਟਰਸਟ ਦੀ, 1.5% ਦੀ, ਤੇ ਲੋਕ ਉਹ ਸੋਚਣ ਵੀ ਉਸ ਤਰ੍ਹਾਂ ਦੇ ਹਾਲਾਤ ਆਉਣਗੇ, ਉਹ ਨਹੀਂ ਹੋਣੇ ਸਰ ਬਿਲਕੁਲ ਵੀ। ਤੁਹਾਡੀ ਗੱਲ ਸਹੀ ਹੈ ਜੀ, ਲੇਕਿਨ ਜਦੋਂ ਈਵਨ 22% ਤੇ ਵੀ ਸੀ ਤਦ ਘਰਾਂ ਦੀ ਕੀਮਤਾਂ ਵੀ ਜਿਹੜੀਆਂ ਸਨ ਉਹ ਤੁਸੀਂ ਦੇਖਦੇ ਹੋ ਕਿ 3-4-5 ਲੱਖ ਦੇ ਵਿੱਚ ਇਹ ਗੇੜੇ ਹੁੰਦੀਆਂ ਸੀ। ਹੁਣ ਤਾਂ ਈਵਨ ਟਾਊਨ ਹਾਊਸ ਜਿਹੜੇ ਨੇ ਉਹ ਵੀ $1 ਮਿਲੀਅਨ ਤੱਕ ਪਹੁੰਚ ਚੁੱਕੇ ਹੈਗੇ ਨੇ। ਸੋ ਉਹ ਇੱਕ ਬਹੁਤ ਵੱਡਾ ਪਿੰਚਿੰਗ ਫੈਕਟਰ ਹੈਗਾ ਆਮ ਜਨਤਾ ਲਈ। ਬਹਰਹਾਲ ਟਫ ਟਾਈਮਸ ਨੇ, ਸੈਕੰਡ ਕੁਆਰਟਰ ਤੱਕ ਅਜੇ ਕੁਝ ਸਮਾਂ ਹੈਗਾ ਹੈ। ਕੀ ਐਡਵਾਈਸ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ ਜਿਹੜੇ ਕਿ ਬਿਲਕੁਲ ਫਸੇ ਹੋਏ ਨੇ ਇਸ ਸਮੇਂ ਤੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ, ਕੀ ਕਹਿਣਾ ਚਾਹੋਗੇ? ਸਰ ਮੈਂ ਕਹਾਂਗਾ ਬੜੇ ਲੋਕਾਂ ਨੇ ਨਾ ਓਵਰ ਲੈਵਰੇਜ ਕੀਤਾ ਹੋਇਆ। ਕਈ ਬੰਦੇ ਨੇ ਜਿੱਥੇ ਉਹਨੇ ਗੱਲ ਕੀਤੀ ਕਿ ਸੀਬਾ ਦਾ ਲੋਨ ਲੈ ਕੇ ਉਹਨਾਂ ਨੇ ਰੀਅਲ ਸਟੇਟ ਇਨਵੈਸਟਮੈਂਟ ਕਰ ਜੀ ਜੀ। ਉਹ ਸੀਬਾ ਦਾ ਲੋਨ ਇਸ ਕਰਕੇ ਥੋੜਾ ਦਿੱਤਾ ਗਿਆ ਸੀ ਕਿ ਤੁਸੀਂ ਜਾ ਕੇ ਆਪਣੀ ਰੀਅਲ ਸਟੇਟ ਇਨਵੈਸਟਮੈਂਟ ਕਰੋ। ਸੀਬਾ ਦਾ ਲੋਨ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਜਿਹੜਾ ਬਿਜ਼ਨਸ ਹੈ ਉਹਦੀ ਦੁਰਸਤ ਕਰੋ, ਬਿਜ਼ਨਸ ਤੁਹਾਡਾ ਬੰਦ ਨਹੀਂ ਹੋਣਾ ਚਾਹੀਦਾ। ਪਰ ਲੋਕਾਂ ਨੇ ਕਈ, ਮੈਂ ਜਾਣਦਾ ਇਸ ਤਰ੍ਹਾਂ ਦੇ, ਅੱਗੇ ਘਰ ਬੁੱਕ ਕਰਾਤੇ ਤੇ ਬਿਲਡਰਸ ਨੂੰ ਵੀ ਲੱਗਾ ਵੀ ਬਹੁਤ ਸਾਰਾ ਬੂਮ ਆ ਗਿਆ ਹੈ, ਉਹਨਾਂ ਨੇ ਵੀ ਉਸ ਹਿਸਾਬ ਨਾਲ ਜਿਹੜੀ ਹੈ ਉਹ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ। ਲੇਕਿਨ ਹੁਣ ਇਹ ਨਾਰਮਲਾਈਜ਼ ਹੋ ਰਿਹਾ ਹੈਗਾ ਆ। ਔਰ ਸੀਬਾ ਦਾ ਲੋਨ ਕੁਝ ਲੋਕ ਐਕਸਪੈਕਟ ਕਰਦੇ ਸੀ ਵੀ ਇਹ ਡੈਡਲਾਈਨ ਜਿਹੜੀ 18 ਜਨਵਰੀ ਦੇ ਨੂੰ ਐਕਸਟੈਂਡ ਕੀਤਾ ਜਾਏਗਾ, ਬਲ ਠੀਕ ਹੈ, ਨਹੀਂ ਹੋਈ ਤਾਂ ਠੀਕ ਗੱਲ ਹੈ ਸਰ, ਕਿਉਂਕਿ ਆਫਟਰ ਆਲ ਯੂ ਹੈਵ ਟੂ ਪੇ ਬੈਕ ਦੈਟ ਲੋਨ। ਪਰ ਬਿਜ਼ਨੈਸਸ ਜਿਹੜੇ ਨੇ ਉਹ ਡੈਫੀਨੇਟਲੀ ਸਮਾਲ ਬਿਜ਼ਨਸ ਜਿਹੜੇ ਨੇ ਇਸ ਟਾਈਮ ਬਹੁਤ ਜ਼ਿਆਦਾ ਪੇਨ ਮਹਿਸੂਸ ਕਰ ਰਹੇ ਨੇ, ਕਿਉਂਕਿ ਇੱਕ ਪਾਸੇ ਵੇਜ ਇਨਫਲੇਸ਼ਨ ਹੈ, ਕਿਉਂਕਿ ਜਿਹੜੀ EMPLOYEE ਦੀ ਤਨਖਾਹ ਹੈ ਉਹ ਵੀ ਕਰੀਬ 5% ਵੱਧ ਚੁੱਕੀ ਹੈਗੀ ਆ ਜੀ, ਔਰ ਸੇਲਸ ਵੋਲਿਊਮ ਉਹਨਾਂ ਦਾ ਲੋ ਹੈਗਾ ਆ, ਪਲੱਸ ਜਿਹੜਾ ਕਹਿ ਲਓ ਕਿ ਉਹਨਾਂ ਨੂੰ ਇੰਟਰਸਟ ਬੋਰਿੰਗ ਕਾਸਟ ਹੈ ਉਹ ਮਹਿੰਗੀ ਪੈ ਰਹੀ ਹੈ। ਤੇ ਇਸ ਕਰਕੇ ਸਮਾਲ ਬਿਜ਼ਨੈਸਿਸ ਜਿਹੜੇ ਨੇ ਪ੍ਰੋਬਲਮ 'ਚ ਹੈਗੇ ਨੇ। ਪਰ ਇਹ ਤੁਹਾਨੂੰ ਦੱਸਿਆ ਵੀ ਜੂਨ ਜੁਲਾਈ ਤੋਂ ਬਾਅਦ ਜੀ ਇਹ ਹਾਲਾਤ ਠੀਕ ਹੋ ਜਾਣਗੇ ਐਂਡ ਇਟ ਵਿਲ ਬੀ ਨਾਰਮਲਾਈਜ਼ ਸਿਚੁਏਸ਼ਨ। ਚਲੋ ਜੀ, ਵੰਡਰਫੁਲ, ਲੈਟਸ ਹੋਪ ਫॉर द ਬੈਸਟ। ਐਂਡ ਇਸੇ ਤਰੀਕੇ ਨਾਲ ਜਿਹੜੀ ਤੁਸੀਂ ਇਹ ਆਸ਼ਵਾਸਨ ਦੇ ਰਹੇ ਹੋ ਵਿਦ ਯੋਰ ਐਕਸਪੀਰੀਅੰਸ ਐਂਡ ਨੌਲੇਜ, ਹੋਪਫੁਲੀ ਥਿੰਗਸ ਗੈਟ ਬੈਟਰ ਫॉर द ਕਾਮਨ ਪੀਪਲ। ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਜੀ, ਕਿੱਥੇ ਕੀਤਾ ਜਾ ਸਕਦਾ ਤੁਹਾਨੂੰ ਕਾਲ ਜਾਂ ਈਮੇਲ? श्योर सर, मेरी डायरेक्ट ईमेल है sps@insurancedepot.ltd.com या मेरा फ़ोन नंबर है जी 4165734798 ਜੀ। ਸੁਰਿੰਦਰਪਾਲ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਇਨਫੋਰਮੇਸ਼ਨ ਦੇਣ ਲਈ। ਥੈਂਕ ਯੂ ਫॉर योर टाइम। थैंक यू हरप्रीत जी। ਥੈਂਕ ਯੂ ਜੀ। ਸੋ ਇਹ ਸਨ ਸਰਦਾਰ ਸੁਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਇੱਕ ਰੇ ਆਫ ਹੋਪ ਦਿੱਤੀ ਹੈਗੀ ਕਿ ਮਿਡ ਇਸ ਜੂਨ ਜੁਲਾਈ ਤੋਂ ਬਾਅਦ ਜਿਹੜਾ ਹੈਗਾ ਹਾਲਾਤ ਕੈਨੇਡੀਅਨ ਇਕੋਨਮੀ ਦੇ ਬਿਹਤਰ ਹੋਣਗੇ ਅਤੇ ਉਸ ਦੇ ਨਾਲ ਇੰਟਰਸਟ ਰੇਟਸ ਵੀ ਘਟਣਗੇ। ਸੋ ਸਬਰ ਕਰੋ, ਇਹ ਜਿਹੜਾ ਸਮਾਂ ਖਾਸ ਤੌਰ 'ਤੇ ਜਿਹੜੇ ਸਾਡੇ ਕੈਨੇਡੀਅਨਸ ਪ੍ਰੋਗਰਾਮ ਵਾਚ ਕਰ ਰਹੇ ਨੇ ਕਿ ਬੜਾ ਇਹ ਧਿਆਨ ਨਾਲ ਤੁਸੀਂ ਜਿਹੜਾ ਵੀ ਸਟੈਪ ਲੈਣਾ ਹੈਗਾ ਐਂਡ ਬੀ ਕੌਸ਼ੀਅਸ, ਬਟ ਅਗੇਨ ਥਿੰਗਸ ਵਿਲ ਨਾਟ ਬੀ ਦ ਸੇਮ ਐਜ਼ ਦੇ ਆਰ ਰਾਈਟ ਨਾਓ, ਬਟ ਡੈਫੀਨੇਟਲੀ ਦੇਰ ਵਿਲ ਬੀ ਸਮ ਇੰਪਰੂਵਮੈਂਟ। ਪ੍ਰੋਗਰਾਮ ਦੀ ਕਰਦੇ ਜੀ ਇੱਥੇ ਹੀ ਸਮਾਪਤੀ। ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੋਏ WhatsApp ਰਾਹੀਂ ਕਰ ਸਕਦੇ ਹੋ 6046037555 ਜਾਂ ਫਿਰ ਮੈਨੂੰ ਈਮੇਲ ਕਰ ਸਕਦੇ ਹੋ harpreetsing@gmail.com। ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਹੋਏਗੀ। ਹੈਵ ਅ ਸੇਫ ਈਵਨਿੰਗ, ਸਟੇ ਹੈਲਦੀ ਐਂਡ ਇੰਜੋਏ ਯੋਰਸੈਲਫ।